Hello students, in this lecture we discuss chapter number 7, Theory of Production. ਇੱਕ ਪ੍ਰੋਡਿਊਸਰ ਇਨਪੁਟਸ ਤੇ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਕੰਬਾਈਨ ਵਿੱਚ ਯੂਜ਼ ਕਰਕੇ ਕਿਸੇ ਵੀ ਪ੍ਰੋਡਕਟ ਦਾ ਪ੍ਰੋਡਕਸ਼ਨ ਕਰਦਾ ਆ। ਇੱਕ ਪ੍ਰੋਡਿਊਸਰ ਪ੍ਰੋਡਕਸ਼ਨ ਇਸ ਲਈ ਕਰਦਾ ਤਾਂ ਕਿ ਉਸਨੂੰ ਮੈਕਸਿਮਮ ਪ੍ਰੋਫਿਟ ਹੋ ਸਕੇ। ਪ੍ਰੋਡਕਸ਼ਨ ਇਨਵੋਲਵਸ ਕੰਬਾਈਨਿੰਗ 2 or more factors of production to produce output like the theory of demand. ਥਿਊਰੀ ਆਫ ਪ੍ਰੋਡਕਸ਼ਨ ਕੀ ਐਨਾਲਾਈਜ਼ ਕਰਦਾ ਹੈ ਕਿ ਇੱਕ ਪ੍ਰੋਡਿਊਸਰ ਆ ਜਾਂ ਫਰਮ ਆ ਉਸ ਨੂੰ ਆਪਣੇ ਰਿਸੋਰਸ ਉਹ ਆਪਣੇ ਐਫੀਸ਼ੀਐਂਟਲੀ ਕਿਸ ਤਰ੍ਹਾਂ ਯੂਜ਼ ਕਰੇ ਕਿ ਜਿਸ ਨਾਲ ਕਿ ਉਸਨੂੰ ਜਿਹੜਾ ਪ੍ਰੋਫਿਟ ਆ ਉਹ ਮੈਕਸੀਮਮ ਹੋ ਸਕੇ। ਪ੍ਰੋਡਿਊਸਰ ਸਪਲਾਇਰ ਵੀ ਹੁੰਦਾ ਐਂਡ ਡਿਮਾਂਡਰਸ ਵੀ ਹੁੰਦਾ ਆ। ਸਪਲਾਇਰ ਪ੍ਰੋਡਕਟ ਮਾਰਕੀਟ ਦੇ ਵਿੱਚ ਇੱਕ ਪ੍ਰੋਡਿਊਸਰ ਸਪਲਾਇਰ ਹੁੰਦਾ ਆ ਐਂਡ ਇਨਪੁਟ ਮਾਰਕੀਟ ਦੇ ਵਿੱਚ ਇੱਕ ਪ੍ਰੋਡਿਊਸਰ ਡਿਮਾਂਡਰਸ ਹੁੰਦਾ ਆ। They have to make the following decision regarding production. Production ਦੇ regarding ਇੱਕ producer ਨੂੰ ਬਹੁਤ ਸਾਰੇ decision ਲੈਣੇ ਪੈਂਦੇ ਆ। Like first is what should the firm produce ਕਿ ਇੱਕ ਫਰਮ ਨੂੰ ਕੀ produce ਕਰਨਾ ਚਾਹੀਦਾ ਆ। Second, how should the firm produce its output ਇੱਕ ਫਰਮ ਨੂੰ ਆਪਣਾ output ਕਿਸ ਤਰ੍ਹਾਂ produce ਕਰਨਾ ਚਾਹੀਦਾ। Third one is how much should the firm sell and at what price ਕਿ ਇੱਕ ਫਰਮ ਨੂੰ ਕਿਸ ਪ੍ਰਾਈਸ ਦੇ ਉੱਪਰ ਕਿੰਨੀ ਕੁਆਂਟਿਟੀ ਨੂੰ ਕਿਸ ਤਰ੍ਹਾਂ ਸੇਲ ਕਰਨਾ ਚਾਹੀਦਾ ਆ। ਨੈਕਸਟ ਇਜ਼ ਹਾਊ ਸ਼ੁੱਡ ਦਾ ਫਰਮ ਪ੍ਰਮੋਟ ਇਟਸ ਪ੍ਰੋਡਕਟ ਕਿ ਇੱਕ ਫਰਮ ਨੂੰ ਆਪਣੇ ਪ੍ਰੋਡਕਟ ਨੂੰ ਕਿਸ ਤਰ੍ਹਾਂ ਪ੍ਰਮੋਟ ਕਰਨਾ ਚਾਹੀਦਾ ਆ। ਥੀਸ ਡਿਸੀਜ਼ਨਸ ਪਲੇ ਏ ਕਰੂਸ਼ੀਅਲ ਰੋਲ ਇਨ ਦੀ ਕਨਸੈਪਟ ਆਫ ਪ੍ਰੋਡਕਸ਼ਨ। ਪ੍ਰੋਡਕਸ਼ਨ ਦੇ ਕਨਸੈਪਟ ਵਿੱਚ ਇਹਨਾਂ ਡਿਸੀਜ਼ਨ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੁੰਦਾ ਆ ਕਿਉਂਕਿ ਇਹਨਾਂ ਡਿਸੀਜ਼ਨ ਦੇ ਉੱਪਰ ਹੀ ਡਿਪੈਂਡ ਕਰਦਾ ਆ ਸੇਲ ਮੈਕਸੀਮਾਈਜੇਸ਼ਨ ਐਂਡ ਪ੍ਰੋਫਿਟ ਮੈਕਸੀਮਾਈਜੇਸ਼ਨ ਦਾ ਗੋਲ। Next is what is theory of production. The main aim of all economic activities is to satisfy human wants. हर एक economic activity ਦਾ main aim ਕੀ ਹੁੰਦਾ ਕਿ human wants ਨੂੰ satisfied ਕਰਨਾ। human wants ਕਦੋਂ satisfied ਹੁੰਦੀਆਂ with the consumption of material and non-material goods. ਕੰਜ਼ੰਪਸ਼ਨ ਕਦੋਂ ਪੋਸੀਬਲ ਹੁੰਦਾ ਹੈ ਜਦੋਂ ਮਾਰਕੀਟ ਦੇ ਵਿੱਚ ਇਹ ਦੋਨੋਂ ਗੁੱਡਸ ਅਵੇਲੇਬਲ ਹੋਣਗੀਆਂ। The activity which makes good available is called production function. In a free or capital market ਇੱਕ ਪ੍ਰੋਡਿਊਸਰ ਦਾ ਮੇਨ ਏਮ ਕੀ ਹੁੰਦਾ ਹੈ ਕਿ ਆਪਣੇ ਪ੍ਰੋਫਿਟ ਨੂੰ ਮੈਕਸੀਮਮ ਕਰਨਾ। ਇੱਕ ਫਰਮ ਜਾਂ ਪ੍ਰੋਡਿਊਸਰ ਦਾ ਜਿਹੜਾ ਪ੍ਰੋਫਿਟ ਆ ਉਹ ਕੀ ਡਿਪੈਂਡ ਕਰਦਾ ਕੋਸਟ ਆਫ ਫੈਕਟਰਸ ਆਫ ਪ੍ਰੋਡਕਸ਼ਨ ਐਂਡ ਟੋਟਲ ਰੈਵਨਿਊ 'ਤੇ। ਸਪੋਜ਼ ਕਿ ਇੱਕ ਫਰਮ ਦੀ 10 ਯੂਨਿਟਸ ਨੂੰ ਆਊਟਪੁੱਟ ਕਰਦਾ 10 ਗੁੱਡਸ ਦਾ ਉਸ 'ਤੇ ਜਿਹੜਾ ਕੋਸਟ ਲੱਗਦੀ ਉਸ ਦੀ 100 ਰੁਪੀਜ਼ ਲੱਗਦੀ ਆ। ਅਗਰ ਇਹਨਾਂ 10 ਗੁੱਡਸ ਨੂੰ ਸੇਲ ਕਰਕੇ ਉਸਨੂੰ 200 ਰੁਪਏ ਰੈਵਨਿਊ ਮਿਲਦਾ ਦੈਟ ਮੀਨਸ ਕਿ ਉਸਨੂੰ 100 ਰੁਪੀਜ਼ ਪ੍ਰੋਫਿਟ ਹੋ ਰਿਹਾ। ਇਸ ਤਰ੍ਹਾਂ ਇੱਕ ਫਰਮ ਦਾ ਜਿਹੜਾ ਪ੍ਰੋਫਿਟ ਆ ਉਹ ਕੋਸਟ ਆਫ ਫੈਕਟਰਸ ਆਫ ਪ੍ਰੋਡਕਸ਼ਨ ਐਂਡ ਟੋਟਲ ਰੈਵਨਿਊ ਦੇ ਉੱਪਰ ਡਿਪੈਂਡ ਕਰਦਾ ਆ। ਥਿਊਰੀ ਆਫ ਪ੍ਰੋਡਕਸ਼ਨ ਐਕਸਪਲੇਨ ਕਰਦੀ ਹੈ ਰਿਲੇਸ਼ਨਸ਼ਿਪ ਬਿਟਵੀਨ ਇਨਪੁਟਸ ਐਂਡ ਆਊਟਪੁੱਟਸ। ਇਨਪੁਟਸ ਅਤੇ ਆਊਟਪੁੱਟ ਦੇ ਵਿੱਚ ਰਿਲੇਸ਼ਨ ਸ਼ੋ ਕਰਦੀ ਹੈ ਥਿਊਰੀ ਆਫ ਪ੍ਰੋਡਕਸ਼ਨ। Theory of production is mainly concerned with two things. First is production function and second is law of production or law of return. Next is production function. Production function refers to the technical relationship between the quantity of good produced and the factors of production necessary to produce it. Production function relationship show करता है between quantity of goods and factors of production ਦੇ ਵਿੱਚ। production function can be expressed with the following equation. Y is equal to function of labor, capital and land. That means ਕਿ ਇੱਕ production factors of production like labor ਦੇ ਉੱਪਰ depend ਕਰਦਾ capital ਉੱਪਰ depend ਕਰਦਾ and land ਦੇ ਉੱਪਰ। next is fixed and variable inputs or factors of production. ਇੱਕ ਫਰਮ ਬਹੁਤ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਯੂਜ਼ ਕਰਦੀ ਆ ਕਿਸੇ ਵੀ ਚੀਜ਼ ਦਾ ਪ੍ਰੋਡਕਸ਼ਨ ਕਰਨ ਦੇ ਲਈ। ਇਕਨੋਮਿਕਲੀ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਦੋ ਪਾਰਟਸ ਦੇ ਵਿੱਚ ਕਲਾਸੀਫਾਈਡ ਕੀਤਾ ਜਾਂਦਾ ਹੈ। ਫਸਟ ਵਨ ਇਜ਼ ਫਿਕਸਡ ਫੈਕਟਰਸ ਆਫ ਪ੍ਰੋਡਕਸ਼ਨ, ਸੈਕਿੰਡ ਇਜ਼ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ। A fixed factors of production is defined as one the quantity of which cannot be changed in the short run as the level of output changes. That means कि short period ਦੇ ਵਿੱਚ ਜਦੋਂ ਆਊਟਪੁੱਟ ਦੇ ਵਿੱਚ ਚੇਂਜ ਆਉਂਦਾ ਆ ਅਤੇ ਕੁਛ ਫੈਕਟਰਸ ਆਫ ਪ੍ਰੋਡਕਸ਼ਨ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ ਉਹਨਾਂ ਨੂੰ ਫਿਕਸਡ ਫੈਕਟਰਸ ਆਫ ਪ੍ਰੋਡਕਸ਼ਨ ਕਿਹਾ ਜਾਂਦਾ ਆ।
Suppose some example of fixed inputs are plants, major equipments, buildings, services of managements, and supply of skilled laborers. Next is variable factors of production. A variable factors of production is defined as one of the quantity of which may be changed in the short run as the level of output change. That means कि short run ਦੇ ਵਿੱਚ ਜਦੋਂ level of output ਵਿੱਚ change ਆਉਂਦਾ ਹੈ, ਕੁਝ factors of production ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ short run ਦੇ ਵਿੱਚ change ਕਰ ਸਕਦੇ ਹਾਂ output ਵਿੱਚ change ਹੋਣ ਦੇ according। ਉਹਨਾਂ ਨੂੰ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਕਿਹਾ ਜਾਂਦਾ ਹੈ। ਲਾਈਕ ਰॉ ਮਟੀਰੀਅਲ ਐਂਡ ਲੇਬਰ ਸਰਵਿਸਿਜ਼, ਇਸ ਨੂੰ ਸ਼ਾਰਟ ਰਨ ਦੇ ਵਿੱਚ ਅਸੀਂ ਆਊਟਪੁੱਟ ਦੇ ਅਕੋਰਡਿੰਗ ਚੇਂਜ ਕਰ ਸਕਦੇ ਹਾਂ। The concept of fixed and variable inputs can be classified with the help of an example. Suppose ਇੱਕ ਫਰਮ ਆ, ਉਹ 1000 ਬੁੱਕਸ ਡੇਲੀ ਪ੍ਰੋਡਿਊਸ ਕਰਦੀ ਸੀ, ਬਟ ਇਫ ਹੀ ਵਾਂਟਸ ਟੂ ਪ੍ਰਿੰਟ 2000 ਬੁੱਕਸ ਡੇਲੀ, ਅਗਰ ਕਿ ਉਹ ਚਾਹੁੰਦੀ ਹੈ ਕਿ ਉਹ 2000 ਬੁੱਕਸ ਡੇਲੀ ਪ੍ਰੋਡਿਊਸ ਕਰੇ, ਉਹ ਕੀ ਕਰੇਗੀ? ਉਸਨੂੰ ਜ਼ਰੂਰਤ ਕੀ ਹੋਏਗੀ? ਜ਼ਿਆਦਾ ਫੈਕਟਰਸ ਆਫ ਪ੍ਰੋਡਕਸ਼ਨ ਦੀ ਜ਼ਰੂਰਤ ਪੈਗੀ। ਬਟ ਇਹ ਪੋਸੀਬਲ ਨਹੀਂ ਹੈਗਾ ਕਿ ਉਹ ਕੁਝ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਇਮੀਡੀਏਟਲੀ ਇਨਕਰੀਜ਼ ਕਰ ਸਕਦੇ। ਲਾਈਕ ਪ੍ਰਿੰਟਿੰਗ ਪ੍ਰੈਸ ਹੋ ਗਿਆ, ਬਿਲਡਿੰਗਸ, ਇਹਨਾਂ ਨੂੰ ਇਮੀਡੀਏਟਲੀ ਇਨਕਰੀਜ਼ ਨਹੀਂ ਕਰ ਸਕਦੀ। ਇਹਨਾਂ ਨੂੰ ਫਿਕਸਡ ਫੈਕਟਰਸ ਆਫ ਪ੍ਰੋਡਕਸ਼ਨ ਕਿਹਾ ਜਾਂਦਾ ਹੈ। ਇਸ ਲਈ ਅਗਰ ਉਹ ਆਪਣਾ ਇਮੀਡੀਏਟਲੀ ਪ੍ਰੋਡਕਸ਼ਨ ਵਧਾਉਣਾ ਚਾਹੁੰਦਾ ਤਾਂ ਉਹਨੂੰ ਕੀ ਕਰਨਾ ਪਏਗਾ? ਕੁਝ ਫੈਕਟਰਸ ਆਫ ਪ੍ਰੋਡਕਸ਼ਨ ਜਿਨ੍ਹਾਂ ਨੂੰ ਇਮੀਡੀਏਟਲੀ ਇਨਕਰੀਜ਼ ਕੀਤਾ ਜਾ ਸਕਦਾ, ਲਾਈਕ ਲੇਬਰ ਹੋ ਗਈ ਐਂਡ ਪੇਪਰਸ ਹੋ ਗਿਆ, ਰॉ ਮਟੀਰੀਅਲ ਹੋ ਗਿਆ, ਉਸ ਚੀਜ਼ ਨੂੰ ਪ੍ਰੋਡਕਸ਼ਨ ਕਰਨ ਦੇ ਲਈ ਉਹਨਾਂ ਦੀ ਕੁਆਂਟਿਟੀ ਨੂੰ ਇਨਕਰੀਜ਼ ਕਰਕੇ ਆਪਣਾ ਪ੍ਰੋਡਕਸ਼ਨ ਇਨਕਰੀਜ਼ ਕਰੇਗਾ। ਉਹਨਾਂ ਨੂੰ ਕੀ ਕਹਿੰਦੇ ਆ? ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ। ਦੈਟ ਮੀਨਸ ਕਿ ਕੁਝ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਸ਼ਾਰਟ ਰਨ ਦੇ ਵਿੱਚ ਚੇਂਜ ਕੀਤਾ ਜਾ ਸਕਦਾ ਹੈ, ਕੁਝ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਲਾਈਕ ਬਿਲਡਿੰਗ ਮਸ਼ੀਨਰੀਜ਼ ਹੋ ਗਈਆਂ, ਹੈਵੀ ਮਸ਼ੀਨਰੀਜ਼, ਪਲਾਂਟਸ, ਮੇਜਰ ਇਕੁਇਪਮੈਂਟਸ, ਇਹਨਾਂ ਨੂੰ ਅਸੀਂ ਸ਼ਾਰਟ ਰਨ ਦੇ ਵਿੱਚ ਚੇਂਜ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੇ ਲਈ ਬਹੁਤ ਜ਼ਿਆਦਾ ਇਨਵੈਸਟਮੈਂਟ ਦੀ ਜ਼ਰੂਰਤ ਪੈਂਦੀ ਆ। ਇਸ ਲਈ ਸ਼ਾਰਟ ਰਨ ਦੇ ਵਿੱਚ ਇਹਨਾਂ ਨੂੰ ਫਿਕਸਡ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਕਿਹਾ ਜਾਂਦਾ ਹੈ। ਲੇਬਰ ਐਂਡ ਰॉ ਮਟੀਰੀਅਲ ਨੂੰ ਸ਼ਾਰਟ ਰਨ ਦੇ ਵਿੱਚ ਅਸੀਂ ਚੇਂਜ ਕਰ ਸਕਦੇ ਹਾਂ, ਇਸ ਲਈ ਇਹਨਾਂ ਨੂੰ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਕਿਹਾ ਜਾਂਦਾ ਹੈ। ਨੈਕਸਟ ਇਜ਼ ਟਾਈਮ ਪੀਰੀਅਡ। Economists divide this period of time mainly into two parts ਦੇ ਵਿੱਚ time period ਨੂੰ divide ਕੀਤਾ ਜਾਂਦਾ ਹੈ। First one is short period and second one is long period. Short run is defined as that period of time in which one or more factors of production are fixed and others are variable. Short run ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕੁਝ factors of production fixed ਹੁੰਦੇ ਆ ਐਂਡ ਕੁਝ ਫੈਕਟਰਸ ਆਫ ਪ੍ਰੋਡਕਸ਼ਨ ਵੇਰੀਏਬਲਸ ਹੁੰਦੇ ਆ। ਇਸ ਲਈ ਸ਼ਾਰਟ ਰਨ ਦੇ ਵਿੱਚ ਅਗਰ ਇੱਕ ਪ੍ਰੋਡਿਊਸਰ ਚਾਹੁੰਦਾ ਹੈ ਕਿ ਉਹ ਆਪਣੀ ਆਊਟਪੁੱਟ ਨੂੰ ਐਕਸਪੈਂਡ ਕਰੇ, ਕਿ ਆਪਣੀ ਇਨਕਰੀਜ਼ ਕਰੇ ਸ਼ਾਰਟ ਰਨ ਦੇ ਵਿੱਚ, ਅਤੇ ਉਸਨੂੰ ਕੀ ਉਹ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਲਾਈਕ ਰॉ ਮਟੀਰੀਅਲ, ਲੇਬਰਸ ਨੂੰ ਦੀ ਕੁਆਂਟਿਟੀ ਨੂੰ ਇਨਕਰੀਜ਼ ਕਰਕੇ ਹੀ ਉਸ ਚੀਜ਼ ਨੂੰ ਪੂਰਾ ਕੀਤਾ ਜਾ ਸਕਦਾ। ਬਟ ਉਹ ਫਿਕਸਡ ਫੈਕਟਰ ਲਾਈਕ ਪਲਾਂਟਸ ਹੋ ਗਏ, ਇਕੁਇਪਮੈਂਟਸ ਹੋ ਗਏ, ਇਹਨਾਂ ਨੂੰ ਇਨਕਰੀਜ਼ ਨਹੀਂ ਕਰ ਸਕਦਾ ਸ਼ਾਰਟ ਰਨ ਦੇ ਵਿੱਚ ਕਿਉਂਕਿ ਇਹ ਫਿਕਸਡ ਪੀਰੀਅਡ, ਇਹ ਫਿਕਸਡ ਫੈਕਟਰਸ ਆਫ ਪ੍ਰੋਡਕਸ਼ਨ ਹੁੰਦੇ ਆ। ਇਸ ਲਈ ਸ਼ਾਰਟ ਰਨ ਦੇ ਵਿੱਚ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਦੀ ਕੁਆਂਟਿਟੀ ਨੂੰ ਇਨਕਰੀਜ਼ ਕਰਕੇ ਇੱਕ ਪ੍ਰੋਡਿਊਸਰ ਆਪਣੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦਾ। ਨੈਕਸਟ ਇਜ਼ ਲੌਂਗ ਰਨ ਔਰ ਲੌਂਗ ਪੀਰੀਅਡ। Long period is defined as that period of time in which all factors of production or inputs are variable. ਲੌਂਗ ਪੀਰੀਅਡ ਕਿਸ ਨੂੰ ਕਿਹਾ ਜਾਂਦਾ ਹੈ? ਜਿਸ ਵਿੱਚ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਕੀ ਹੁੰਦੇ ਆ? ਵੇਰੀਏਬਲਸ ਹੁੰਦੇ ਆ, ਭਾਵੇਂ ਉਹ ਮਸ਼ੀਨਰੀਜ਼ ਹੋਣ, ਲਾਰਜ ਇਕੁਇਪਮੈਂਟਸ ਹੋਣ, ਠੀਕ ਆ, ਲੈਂਡ ਹੋ ਗਿਆ, ਬਿਲਡਿੰਗਸ ਹੋ ਗਿਆ। ਲੌਂਗ ਰਨ ਦੇ ਵਿੱਚ ਇਹ ਸਾਰੇ ਵੇਰੀਏਬਲ ਹੁੰਦੇ ਆ। ਦੈਟ ਮੀਨਸ ਕਿ ਲੌਂਗ ਰਨ ਦੇ ਵਿੱਚ ਇਹਨਾਂ ਨੂੰ ਵੀ ਇਨਕਰੀਜ਼ ਜਾਂ ਡਿਕਰੀਜ਼ ਕੀਤਾ ਜਾ ਸਕਦਾ ਹੈ। ਇਸ ਲਈ ਲੌਂਗ ਰਨ ਦੇ ਵਿੱਚ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਵੇਰੀਏਬਲ ਹੁੰਦੇ ਆ। ਨੈਕਸਟ ਇਜ਼ ਵੇਰੀਏਸ਼ਨ ਆਫ ਆਊਟਪੁੱਟ ਔਰ ਪ੍ਰੋਡਕਸ਼ਨ ਇਨ ਸ਼ਾਰਟ ਰਨ। ਸ਼ਾਰਟ ਰਨ ਦੇ ਵਿੱਚ in the short run more or less unit of variable factors are applied to a given quantity of fixed factor to produce different units of the product. short run ਦੇ ਵਿੱਚ ਅਸੀਂ ਵੇਰੀਏਬਲ ਫੈਕਟਰ, ਸ਼ਾਰਟ ਰਨ ਦੇ ਵਿੱਚ ਅਸੀਂ ਫਿਕਸਡ
ਫਿਕਸਡ ਫੈਕਟਰਸ ਆਫ ਪ੍ਰੋਡਕਸ਼ਨ ਦੇ ਨਾਲ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਦੀ ਜ਼ਿਆਦਾ ਜਾਂ ਘੱਟ ਯੂਨਿਟਸ ਨੂੰ ਯੂਜ਼ ਕਰਕੇ ਡਿਫਰੈਂਟ ਯੂਨਿਟਸ ਆਫ ਦਾ ਪ੍ਰੋਡਕਟ ਨੂੰ ਪ੍ਰੋਡਿਊਸ ਕਰ ਸਕਦੇ ਆ। ਦੇਰ ਆਰ 3 ਇੰਪੋਰਟੈਂਟ ਕਨਸੈਪਟ ਆਫ ਪ੍ਰੋਡਕਟ। First is total product, second is average product, and third one is marginal product. Total product is the total amount of goods and services produced in a fixed period. Total product ਕੀ ਆ, ਇੱਕ ਫਿਕਸਡ ਪੀਰੀਅਡ ਦੇ ਵਿੱਚ ਇੱਕ ਪ੍ਰੋਡਕਟ ਫਰਮ ਜਾਂ ਪ੍ਰੋਡਿਊਸਰ ਦੁਆਰਾ ਪ੍ਰੋਡਿਊਸ ਕੀਤੇ ਗਏ ਟੋਟਲ ਅਮਾਊਂਟ ਆਫ ਗੁੱਡਸ ਐਂਡ ਸਰਵਿਸਿਜ਼ ਨੂੰ ਕਿਹਾ ਜਾਂਦਾ ਹੈ। ਨੈਕਸਟ ਇਜ਼ ਐਵਰੇਜ ਪ੍ਰੋਡਕਟ। Average product is the per unit production of the variable factors. Average product ਕੀ ਆ ਕਿ ਇੱਕ ਵੇਰੀਏਬਲ ਫੈਕਟਰ ਦੁਆਰਾ ਪ੍ਰੋਡਿਊਸ ਕੀਤਾ ਗਿਆ ਪ੍ਰੋਡਕਸ਼ਨ। ਲਾਈਕ ਵੇਰੀਏਬਲ ਫੈਕਟਰ ਕਿਹੜਾ, ਲੇਬਰ। ਦੈਟ ਮੀਨਸ ਇੱਕ ਲੇਬਰ ਨੇ ਕਿੰਨਾ ਪ੍ਰੋਡਕਟ ਕੀਤਾ। ਅਗਰ 10 ਲੇਬਰ ਆ, 10 ਲੇਬਰ ਆ, ਠੀਕ ਆ, 10 ਲੇਬਰ ਦਾ ਪ੍ਰੋਡਕਸ਼ਨ ਕਿੰਨਾ, 100। ਜਦੋਂ ਅਸੀਂ ਦੈਟ ਇਜ਼ ਟੋਟਲ ਪ੍ਰੋਡਕਟ ਕਿੰਨਾ, 10 ਲੇਬਰਸ ਦਾ 100 ਯੂਨਿਟਸ। ਜਦੋਂ ਅਸੀਂ ਟੋਟਲ ਪ੍ਰੋਡਕਟ ਨੂੰ ਨੰਬਰ ਆਫ ਲੇਬਰਸ ਦੈਟ ਇਜ਼ 100 ਡਿਵਾਈਡਡ ਬਾਈ 10 ਇਜ਼ ਇਕੁਅਲ ਟੂ 10। ਜਦੋਂ ਅਸੀਂ ਟੋਟਲ ਪ੍ਰੋਡਕਟ ਨੂੰ ਨੰਬਰ ਆਫ ਲੇਬਰਸ ਨਾਲ ਡਿਵਾਈਡ ਕਰਦੇ ਹਾਂ ਤਾਂ ਅਸੀਂ ਐਵਰੇਜ ਪ੍ਰੋਡਕਟ ਫਾਈਂਡ ਆਊਟ ਕਰ ਸਕਦੇ ਹਾਂ। ਦੈਟ ਮੀਨਸ ਕਿ ਇੱਕ ਲੇਬਰ ਕਿੰਨਾ ਪ੍ਰੋਡਕਟ ਕਰ ਰਿਹਾ, 10 ਯੂਨਿਟਸ ਆਫ ਗੁੱਡਸ ਨੂੰ। Marginal product of a variable factor is the change in the total product resulting from the use of one more or one less unit of the variable factors. Marginal product ਕੀ ਆ ਕਿ ਇੱਕ ਐਕਸਟਰਾ ਯੂਨਿਟ ਆਫ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਯੂਜ਼ ਕਰਨ ਨਾਲ ਟੋਟਲ ਪ੍ਰੋਡਕਟ ਵਿੱਚ ਕਿੰਨਾ ਚੇਂਜ ਆਉਂਦਾ। ਅਗਰ 10 ਲੇਬਰ ਯੂਜ਼ ਕਰਨ ਨਾਲ ਟੋਟਲ ਪ੍ਰੋਡਕਟ 100 ਸੀ, ਅਗਰ 11 ਲੇਬਰ ਯੂਜ਼ ਕਰਨਾ ਟੋਟਲ ਪ੍ਰੋਡਕਟ ਇਨਕਰੀਜ਼ ਹੋ ਕੇ 110 ਹੋ ਗਿਆ। ਦੈਟ ਮੀਨਸ ਚੇਂਜ ਕਿੰਨਾ ਆ, 10 ਯੂਨਿਟਸ ਦਾ। ਉਸ ਚੇਂਜ ਨੂੰ ਕੀ ਕਿਹਾ ਜਾਂਦਾ ਹੈ, ਮਾਰਜਨਲ ਪ੍ਰੋਡਕਟ। ਕਿ ਇੱਕ ਐਕਸਟਰਾ ਯੂਨਿਟ ਆਫ ਲੇਬਰ ਨੂੰ ਯੂਜ਼ ਕਰਨ ਦੇ ਨਾਲ ਟੋਟਲ ਪ੍ਰੋਡਕਟ 'ਚ ਕਿੰਨਾ ਚੇਂਜ ਆਉਂਦਾ, ਉਸਨੂੰ ਮਾਰਜਨਲ ਪ੍ਰੋਡਕਟ ਕਿਹਾ ਜਾਂਦਾ ਹੈ। ਟੇਬਲ 1 ਵਿੱਚ ਟੋਟਲ ਪ੍ਰੋਡਕਟ, ਮਾਰਜਨਲ ਪ੍ਰੋਡਕਟ ਅਤੇ ਐਵਰੇਜ ਪ੍ਰੋਡਕਟ ਗਿਵਨ ਆ। ਯੂਨਿਟਸ ਆਫ ਲੈਂਡ ਇੱਥੇ ਕੀ ਆ, ਫਿਕਸਡ ਫੈਕਟਰਸ ਆਫ ਪ੍ਰੋਡਕਸ਼ਨ। ਮਤਲਬ ਕਿ ਲੈਂਡ ਦੀ ਜਿਹੜਾ 1 ਹੈਕਟਰ ਹੀ ਲੈਂਡ ਆ ਫਰਮ ਪ੍ਰੋਡਿਊਸ ਕਰਨਾ ਚਾਹੁੰਦੀ ਆ ਕਿਸੇ ਚੀਜ਼ ਦਾ, ਉਹ ਕੀ ਯੂਜ਼ ਕਰਦੀ ਹੈ, ਫਿਕਸ ਫੈਕਟਰ ਦੈਟ ਇਜ਼ ਲੈਂਡ। ਲੈਂਡ ਦੇ ਉੱਪਰ ਉਹ ਕੀ ਕਰਦੀਆਂ, ਲੇਬਰਸ ਦੈਟ ਇਜ਼ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ। ਲੇਬਰਸ ਨੂੰ ਇਨਕਰੀਜ਼ ਵੀ ਕਰ ਸਕਦੀਆਂ, ਡਿਕਰੀਜ਼ ਵੀ ਕਰ ਸਕਦੀ ਆ। ਐਂਡ ਟੋਟਲ ਪ੍ਰੋਡਕਟ ਗਿਵਨ ਆ, ਮਾਰਜਨਲ ਪ੍ਰੋਡਕਟ ਐਂਡ ਐਵਰੇਜ ਪ੍ਰੋਡਕਟ। ਕਿ ਜਿਵੇਂ ਇੱਕ ਫਰਮ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਦੀ ਜਿਵੇਂ ਜਿਵੇਂ ਕੁਆਂਟਿਟੀ ਨੂੰ ਇਨਕਰੀਜ਼ ਕਰਦੀ ਜਾ ਰਹੀ ਹੈ, ਟੋਟਲ ਪ੍ਰੋਡਕਟ ਪਹਿਲਾਂ ਇਨਕਰੀਜ਼ ਕਰਦਾ ਆ, ਬਾਅਦ ਵਿੱਚ ਕਾਂਸਟੈਂਟ ਹੋ ਜਾਂਦਾ ਹੈ ਐਂਡ ਬਾਅਦ ਵਿੱਚ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦਾ ਹੈ। ਨੈਕਸਟ ਇਜ਼ ਲੋ ਆਫ ਪ੍ਰੋਡਕਸ਼ਨ। देयर आर 2 laws of production are related basically 2 main law। first one is law of variable proportion or return to a factor, and second is law of return to scale। return to factor or production with one variable input। A producer may change in his production by changing only the variable factor, other factors and technology remain constant। short run ਦੇ ਵਿੱਚ ਇੱਕ ਫਰਮ ਆਪਣੇ ਪ੍ਰੋਡਕਸ਼ਨ ਨੂੰ ਚੇਂਜ ਕਿਵੇਂ ਕਰ ਸਕਦਾ ਹੈ, ਕਿਉਂਕਿ other factors of production like land, ਲਾਰਜ ਇਕੁਇਪਮੈਂਟਸ, ਬਿਲਡਿੰਗ ਐਂਡ ਟੈਕਨੋਲੋਜੀ ਸ਼ਾਰਟ ਰਨ ਦੇ ਵਿੱਚ ਕੌਂਸਟੈਂਟ ਰਹਿੰਦੀ, ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ। ਸ਼ਾਰਟ ਰਨ ਦੇ ਵਿੱਚ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਚੇਂਜ ਕਰਕੇ ਇੱਕ ਫਰਮ ਆਪਣੇ ਪ੍ਰੋਡਕਸ਼ਨ ਨੂੰ ਚੇਂਜ ਕਰ ਸਕਦਾ ਹੈ। ਦਿਸ ਪ੍ਰੋਪੋਰਸ਼ਨਲ ਰਿਲੇਸ਼ਨਸ਼ਿਪ ਬਿਟਵੀਨ ਪ੍ਰੋਡਕਸ਼ਨ ਐਂਡ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਇਜ਼ ਟਰਮਡ ਐਜ਼ ਰਿਟਰਨ ਟੂ ਏ ਫੈਕਟਰਸ। return to factors has 3 phases। return to factor ਦੇ 3 phase ਆ, increasing return to a factor, constant return to a factor and diminishing return to a factor। first is in the increasing return to a factor। in the short period, if with constant unit of fixed factor more unit of variable factor are increased, if the total production rises at an increasing rate, then this will be called as increasing return to a factor। that means कि अगर short period ਦੇ ਵਿੱਚ ਫਿਕਸਡ ਫੈਕਟਰਸ ਆਫ ਪ੍ਰੋਡਕਸ਼ਨ ਦੀ ਅਗਰ ਕੁਆਂਟਿਟੀ ਗਿਵਨ ਉਹ ਕੌਂਸਟੈਂਟ ਆ, ਦੈਟ ਮੀਨਸ ਅਗਰ ਫਿਕਸ ਫੈਕਟਰ 10 ਆ, ਠੀਕ ਆ, ਦੈਟ ਮੀਨਸ ਕਿ 10 ਹੈਕਟਰਸ ਆਫ ਲੈਂਡ ਆ, ਉਹ ਕੀ ਆ, ਫਿਕਸਡ
ਫਿਕਸ ਫੈਕਟਰਸ ਆਫ ਪ੍ਰੋਡਕਸ਼ਨ, ਅਗਰ ਉਸ ਦੇ ਨਾਲ ਅਗਰ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ, ਦੈਟ ਮੀਨਸ ਪਹਿਲਾਂ ਅਸੀਂ 10 ਲੇਬਰ ਯੂਜ਼ ਕਰਦੇ ਸੀ, ਹੁਣ ਅਸੀਂ 20 ਯੂਜ਼ ਕਰ ਰਹੇ ਹਾਂ, ਉਸ ਦੇ ਨਾਲ ਇਹ ਕੀ ਆ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ, ਉਸ ਦੇ ਨਾਲ ਅਗਰ ਟੋਟਲ ਪ੍ਰੋਡਕਸ਼ਨ ਵਿੱਚ ਜਿਹੜਾ ਰਾਈਜ਼ ਹੁੰਦਾ ਆ ਉਹ ਇਨਕਰੀਜ਼ਿੰਗ ਰੇਟ 'ਤੇ ਹੁੰਦਾ, ਦੈਟ ਮੀਨਸ ਕਿ ਟੋਟਲ ਪ੍ਰੋਡਕਸ਼ਨ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੁੰਦਾ, ਉਸ ਨੂੰ ਕੀ ਕਹਿੰਦੇ ਆ ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ। Next is constant return to factor. In the short run, if with constant unit of a fixed, more unit of the variable factor are increased, then if total production rise at a constant rate, then it will known as constant return to a factor. That means कि अगर short period ਦੇ ਵਿੱਚ given quantity of fixed ਫੈਕਟਰਸ ਆਫ ਪ੍ਰੋਡਕਸ਼ਨ, ਕਿ ਫੈਕਟਰਸ ਆਫ ਪ੍ਰੋਡਕਸ਼ਨ ਦੀ ਕੁਆਂਟਿਟੀ ਗਿਵਨ ਉਹਨਾਂ ਨੂੰ ਨਹੀਂ ਚੇਂਜ ਕਰ ਸਕਦੇ ਅਸੀਂ, ਬਟ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਜਦੋਂ ਇਨਕਰੀਜ਼ ਕਰਦੇ ਹਾਂ ਉਸ ਨਾਲ ਜਿਹੜਾ ਟੋਟਲ ਪ੍ਰੋਡਕਸ਼ਨ ਵਿੱਚ ਚੇਂਜ ਤਾਂ ਆਉਂਦੀ ਆ ਬਟ ਕੌਨਸਟੈਂਟ ਰੇਟ 'ਤੇ, ਮਤਲਬ ਕਿ ਇੱਕ ਕੌਨਸਟੈਂਟ ਰੇਟ ਦੇ ਅਕੋਰਡਿੰਗ ਵੱਧ ਰਿਹਾ, ਅਗਰ 5 ਦਾ ਹੀ ਇਨਕਰੀਜ਼ ਹੋ ਰਿਹਾ, ਇੱਕ ਕੌਨਸਟੈਂਟ ਰੇਟ ਦੇ ਨਾਲ ਇਨਕਰੀਜ਼ ਹੋ ਰਿਹਾ, ਉਸ ਨੂੰ ਕੀ ਕਹਿੰਦੇ ਆ ਕੌਨਸਟੈਂਟ ਰਿਟਰਨ ਟੂ ਅ ਫੈਕਟਰ। Next is diminishing return to a factor. In the short period, if with constant unit of a fixed factor, more unit of variable factors are added, then with the result that total product decrease at a diminishing rate, increase at a diminishing rate, then it will be known as diminishing return to a factor. ਜਦੋਂ short period ਵਿੱਚ constant fixed factor ਦੇ ਨਾਲ ਹੋਰ ਜ਼ਿਆਦਾ ਵੇਰੀਏਬਲ ਫੈਕਟਰਸ ਨੂੰ ਐਡ ਕੀਤਾ ਜਾਂਦਾ ਹੈ, ਦੈਨ ਪ੍ਰੋਡਕਸ਼ਨ ਕੀ ਹੁੰਦਾ ਇਨਕਰੀਜ਼ ਤੇ ਕਰਦਾ ਆ ਬਟ ਡਿਮੀਨਿਸ਼ਿੰਗ ਰੇਟ 'ਤੇ ਇਨਕਰੀਜ਼ ਕਰਦਾ ਆ, ਉਸ ਨੂੰ ਬੋਲਦੇ ਆ ਡਿਮੀਨਿਸ਼ਿੰਗ ਰਿਟਰਨ ਟੂ ਏ ਫੈਕਟਰਸ।